ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਯਤਨ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਦਿਆਂ ਸਮਝਾਉਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਬਚਨ ਅੰਦਰ ਸੋਝੀ ਬਖਸ਼ਦੇ ਨੇ। ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਡਾ ਕੁਛ ਵੀ ਨਹੀਂ ਹੈ। ਬੇਸ਼ੱਕ ਅਸੀਂ ਲੋਕ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਸਮਝਦੇ ਰਹਿੰਦੇ ਹਾਂ, ਅਸੀਂ ਬਹੁਤ ਸਾਰੇ ਪਦਾਰਥਾਂ ਨੂੰ, ਵਸਤੂਆਂ ਨੂੰ ਆਪਣੀਆਂ ਜਾਣਦੇ ਹਾਂ, ਪਰ ਸਤਿਗੁਰੂ ਕਹਿੰਦੇ ਇਹਨਾਂ ਸਭ ਵਸਤੂਆਂ ਵਿੱਚੋਂ ਕੁਛ ਵੀ ਬੰਦੇ ਦਾ ਨਹੀਂ ਹੈ। ਕੋਈ ਵੀ ਐਸੀ ਵਸਤੂ ਨਹੀਂ ਹੈ ਜਿਹੜੀ ਸਾਡੇ ਕੋਲੋਂ ਖੋਹੀ ਨਾ ਜਾ ਸਕੇ ਜਾਂ ਜਿਹੜੀ ਵਿਨਸ ਨਾ ਸਕੇ, ਜਿਹੜੀ ਕਦੇ ਖਤਮ ਨਾ ਹੋਵੇ। ਐਸੀ ਕੋਈ ਚੀਜ਼ ਹੈ ਹੀ ਨਹੀਂ। ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜਿਨ੍ਹਾਂ ਦੇ ਵੀ ਅਸੀਂ ਮਾਲਕ ਬਣ ਬੈਠੇ ਹਾਂ, ਜਿਨ੍ਹਾਂ ਨੂੰ ਅਸੀਂ ਦਾਅਵਾ ਕਰਦੇ ਹਾਂ ਕਿ ਇਹ ਸਾਡੀਆਂ ਚੀਜ਼ਾਂ ਨੇ, ਮੇਰਾ ਹੱਕ ਹੈ ਇਹਨਾਂ ਤੇ, ਇਹ ਮੈਂ ਕਮਾਈਆਂ, ਮੈਂ ਹਾਸਲ ਕੀਤੀਆਂ। ਚਾਹੇ ਕਿਸੇ ਬੰਦੇ ਨੇ ਕੋਈ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਸਾਰਾ ਕੁਝ ਜੋੜਿਆ ਹੋਵੇ, ਚਾਹੇ ਕਿਸੇ ਨੇ ਬੇਈਮਾਨੀ ਕਰਕੇ। ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ ਵਿੱਚੋਂ ਫਿਰ ਵੀ ਕਿਸੇ ਦਾ ਕੁਝ ਨਹੀਂ ਹੁੰਦਾ। ਇਹ ਸਭ ਚੀਜ਼ਾਂ ਫਿਰ ਵੀ ਬੰਦੇ ਦੀਆਂ ਨਹੀਂ ਹੁੰਦੀਆਂ। ਮੌਤ ਇਹਨਾਂ ਸਭ ਚੀਜ਼ਾਂ ਨੂੰ ਖੋਹ ਲੈਂਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਵਾਹਿਗੁਰੂ ਤੋਂ ਬਿਨਾਂ, ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬੰਦੇ ਦਾ ਕੁਛ ਵੀ ਨਹੀਂ ਹੈ। ਸਾਡੇ ਕੋਲ ਕੁਛ ਵੀ ਨਹੀਂ। ਅਸੀਂ ਖਾਲੀ ਆਉਂਦੇ ਹਾਂ, ਖਾਲੀ ਜਾਂਦੇ ਹਾਂ। ਰਾਮ ਨਾਮ ਬਿਨ ਕਵਨ ਹਮਾਰਾ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਡਾ ਕੌਣ ਹੈ? ਅਸੀਂ ਸਮਝ ਲੈਂਦੇ ਹਾਂ ਕਿ ਮਾਂ ਬਾਪ, ਕਿਉਂਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਹੀ ਜਨਮਿਆ। ਉਹਨਾਂ ਤੋਂ ਬਾਅਦ ਭੈਣ ਭਾਈ, ਭੈਣ ਭਰਾਵਾਂ ਤੋਂ ਬਾਅਦ ਫਿਰ ਸਾਡੇ ਹੋਰ ਸਾਕ ਸੰਬੰਧ, ਚਾਚੇ ਤਾਏ, ਫਿਰ ਸਾਡਾ ਆਂਢ ਗੁਆਂਢ, ਫਿਰ ਸਾਡੀਆਂ ਰਿਸ਼ਤੇਦਾਰੀਆਂ। ਅਸੀਂ ਸਮਝਦੇ ਹਾਂ ਕਿ ਇਹ ਸਾਡੇ ਮਿੱਤਰ ਸੱਜਣ, ਰਿਸ਼ਤੇਦਾਰ, ਭੈਣ ਭਰਾ, ਪਰਿਵਾਰ ਸਭ ਇਹ ਸਾਡਾ ਤਾਂ ਹੈ। ਬੇਸ਼ੱਕ ਸਾਡਾ ਹੈ, ਬੇਸ਼ੱਕ ਸਾਡਾ ਇਹਨਾਂ ਨਾਲ ਸੰਬੰਧ ਹੈ, ਪਰ ਰੂਹ ਦਾ ਸੰਬੰਧ ਸਾਡਾ ਇਹਨਾਂ ਵਿੱਚੋਂ ਕਿਸੇ ਨਾਲ ਵੀ ਨਹੀਂ। ਹਿਰਦੇ ਦਾ ਸੰਬੰਧ ਉਹ ਬਿਲਕੁਲ ਵੀ ਨਹੀਂ। ਸਿਰਫ ਉੱਪਰੋਂ ਉੱਪਰੋਂ ਸਾਕ ਸੰਬੰਧ ਨੇ ਬਸ। ਜੁੜੇ ਹੋਏ ਹਾਂ ਕਿਉਂਕਿ ਇੱਕੋ ਹੀ ਬਾਪ ਦੀ ਔਲਾਦ ਹਾਂ, ਇਸ ਕਰਕੇ ਜੁੜੇ ਹੋਏ ਹਾਂ। ਕਿਉਂਕਿ ਰਿਸ਼ਤੇਦਾਰੀਆਂ ਨੇ, ਜੁੜੇ ਹੋਏ ਹਾਂ ਕਿਉਂਕਿ ਆਂਢ ਗੁਆਂਢ ਵਿੱਚ ਰਹਿੰਦੇ ਹਾਂ, ਜੁੜੇ ਹੋਏ ਹਾਂ ਇੱਕ ਦੂਸਰੇ ਨਾਲ ਕਿ ਇਕੱਠੇ ਪੜ੍ਹੇ ਹਾਂ, ਇਕੱਠੇ ਖੇਡੇ ਹਾਂ, ਬਸ। ਰੂਹ ਦਾ ਸੰਬੰਧ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਵਾਹਿਗੁਰੂ ਤੋਂ ਬਿਨਾਂ ਕੌਣ ਹੈ ਸਾਡਾ?
उस परमेश्वर तो बिना। राम नाम बिन कवन हमारा। परमेश्वर के नाम तो बिना साडा कौन है? इस करके सतगुरु कहते दुख ते सुख नूं इक्को जिहा करके जान। दुख सुख, सुख दुख सम कर, इक्को जिहा कर। सुख नूं बहुत अहमियत ना दे, क्योंकि दुख भी वैसा ही है। दुख नूं भी बहुत ही अहमियत ना दे, क्योंकि सुख भी वैसा ही है। ये दोनों इक्को जिहे ने। सुख दे मगर दुख ते दुख दे मगर सुख, ये दोनों की कहानी इसे तरह चलती रहती है। जन्म दे नाल मौत, मौत दे नाल फिर जन्म, ये सिलसिला इसे तरह जम्मण मरण का चलता रहता है। यही है, प्रवर्तन है, बदलता रहता है सब कुछ। इस करके सतगुरु समझाते, सतगुरु कहते इन्हों एक करके जान, इन्हों वख-वख करके ना देख कि दुख अलग है तो सुख अलग, ये दोनों एक ही ने। जिमें चानण की गैर मौजूदगी का नाम हनेरा है, हनेरे की गैर मौजूदगी का नाम चानण है। बस ऐसा ही, होर कुछ भी नहीं। इसलिए सतगुरु कहते इन्हों इक्को जिहा करके जान, इन्हों अलग अलग ना वेख। असीं उलझे रहंदे हां, असीं सुख मगर भजदे रहंदे हां, दुख साडे घर आ पहुंचदा है। सुख दियां अरदासां करदे हां, मिल दुख जांदा है। ऐसा ही है। सतगुरु कहते जिन्हां ने दुख ते सुख नूं सम करके छड्ड जान लिया, जिन्हां ने दुख सुख दे चक्कर विच वाहिगुरू दा नाम नहीं छड्डिया। लोग सुख दे चक्कर विच भी रब दा नाम छड्ड जांदे ने ते दुख दे चक्कर विच भी छड्ड जांदे ने। दुख ते सुख दोने बंदे नूं रब दे नाम नालों तोड़ दिंदे ने। दुख विच लोग रब नूं उड़ामे देण लग जांदे ने, सुख विच लोग नचण गाउण विच उलझ जांदे ने। इसलिए दोनों हालतां विच ही रब नाल सांझ नहीं पैंदी है। सतगुरु कहंदे दुख सुख सम कर, नाम ना छोड़ो। मैं दोनों नूं दुख ते सुख नूं इक्को जिहा करके जाणदा ते वाहिगुरू दा नाम नहीं छड्डदा। चाहे मेरे घर विच सुख आ जावे, चाहे मेरे घर विच दुख आ जाए, चाहे कुछ मिले ते चाहे कुछ खुस जाए, मैं उस नूं नहीं छड्डदा, उस वाहिगुरू नूं नहीं त्यागदा। यही असल विच साडी विलक्षणता है। भगत दा यही लक्षण है। इसे करके वो विलक्षण हुंदा है, सब तो अलग, कि सब कुछ उहदे कोल होवे चाहे कुछ भी ना होवे, वो उस वाहिगुरू विच जुड़िया रहंदा है। वो परमेश्वर नूं नहीं छड्डदा किसी भी कीमत ते। इसलिए सतगुरु कहंदे दुख सुख, सुख दुख दोनों सम कर नाम ना छोड़ना। इन्हों मैं सम करके जानदा है, वाहिगुरू दे नाम नूं कदे छड्डदा नहीं। आपे बख्श मिलावणहारा, वो आप ही बख्श के मिलाउण दे समर्थ है। वो सानू बख्श के आप ही मिला लैंदा है, अपने चरनां नाल जोड़ लैंदा है। वो आप ही मिला लैंदा है। ਉਹਦੇ ਤੋਂ बिना कोई होर है ही नहीं। इसलिए तुसी हर चीज़ नूं ਉਹਦੀ रहमत करके वेख लवो, ਉਹਦੀ रहमत करके जान लवो, ਤਾਂ ਉਹਦੀ बख्शिश मिल जाएगी। ਜਦੋਂ ਸਾਨੂੰ दुख भी इंज लगन लग जाए कि ਉਹਦਾ ਦਿੱਤਾ ਹੋਇਆ ही है, तो फिर दुख भी दुख जैसा प्रतीत नहीं होंदा। इस करके सतगुरु कहते तन बिन सै धन का को कही है। बंदा मेहनत मशक्कत करता है, धन जोड़ता है, पर सतगुरु कहते जदों ये तन बिनस जाता है, ये शरीर मर जाता है,
ਫਿਰ ਉਹ ਜਿਹੜਾ ਧਨ ਜੋੜਿਆ ਹੁੰਦਾ ਉਹ ਕਿੱਥੇ ਜਾਂਦਾ? ਉਹ ਕਿਹਦਾ ਹੁੰਦਾ? ਫਿਰ ਉਹ ਦੌਲਤ ਕਿਹਦੀ ਬਣਦੀ ਹੈ? ਜਿਸ ਦੌਲਤ ਦੀ ਖਾਤਰ ਬਹੁਤ ਕੁਝ ਕਰਿਆ, ਜਿਸ ਦੌਲਤ ਦੀ ਖਾਤਰ ਬੜੀਆਂ ਬੇਈਮਾਨੀਆਂ ਵੀ ਕੀਤੀਆਂ, ਜਿਸ ਦੌਲਤ ਦੀ ਖਾਤਰ ਮਿਹਨਤ ਵੀ ਬਹੁਤ ਕੀਤੀ, ਇਮਾਨਦਾਰੀ ਦੇ ਕੰਮ ਵੀ ਬਹੁਤ ਕੀਤੇ, ਪੈਸਾ ਜੋੜਿਆ। ਸਤਿਗੁਰੂ ਕਹਿੰਦੇ ਉਸ ਦੌਲਤ ਦਾ ਮਾਲਕ ਕੌਣ ਬਣਦਾ? ਫਿਰ ਉਹ ਤਾਂ ਰਿਹਾ ਨਹੀਂ ਜਿਹਦੀ ਦੌਲਤ ਸੀ, ਜਿਹਦਾ ਧਨ ਸੀ। ਤਨ ਬਿਨਸੈ ਧਨ ਕਾਕੋ ਕਹੀਐ, ਤਨ ਬਿਨਸ ਗਿਆ, ਸਰੀਰ ਖਤਮ ਹੋ ਗਿਆ। ਹੁਣ ਦੌਲਤ, ਹੁਣ ਉਹ ਧਨ ਕਿਹਦਾ ਕਹੀਏ? ਹੁਣ ਸਤਿਗੁਰੂ ਕਹਿੰਦੇ ਉਹ ਧਨ ਕਿਸੇ ਦਾ ਵੀ ਨਹੀਂ ਹੈ। ਜਿਹੜਾ ਉਹਦਾ ਮਾਲਕ ਹੁਣ ਬਣੇਗਾ ਉਹ ਵੀ ਜਦੋਂ ਦੁਨੀਆ ਤੋਂ ਜਾਏਗਾ ਇਸ ਧਨ ਨੂੰ ਇਵੇਂ ਹੀ ਛੱਡ ਜਾਏਗਾ। ਉਹ ਸਭ ਇਵੇਂ ਹੀ ਛੱਡ ਜਾਣਗੇ। ਐਸਾ ਉਹ ਦੌਲਤ ਉਵੇਂ ਦੀ ਉਵੇਂ ਹੀ ਪਈ ਰਹਿ ਜਾਵੇਗੀ। ਜ਼ਮੀਨਾਂ ਉੱਥੇ ਦੀਆਂ ਉੱਥੇ ਹੀ ਨੇ, ਪਰ ਉਹਨਾਂ ਜ਼ਮੀਨਾਂ ਦੇ ਪਤਾ ਨਹੀਂ ਕਿੰਨੇ ਕੁ ਮਾਲਕ ਹੋ ਕੇ ਗੁਜ਼ਰ ਗਏ, ਕਿੰਨੇ ਕੁ ਮਾਲਕ ਬਣੇ, ਕਿੰਨੇ ਕੁ ਗਏ ਆਏ, ਕੋਈ ਗਿਣਤੀ ਨਹੀਂ ਹੈ। ਇਸੇ ਤਰ੍ਹਾਂ ਸਭ ਪਦਾਰਥ ਨੇ। ਇਸ ਲਈ ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ ਵਿੱਚ ਨਾ ਉਲਝ, ਉਸ ਧਨ ਨਾਲ ਜੁੜ, ਉਸ ਧਨ ਨੂੰ ਜੋੜ ਜਿਹੜਾ ਨਾਲ ਨਿਭੇ। ਬਿਨ ਗੁਰ ਰਾਮ ਨਾਮ ਕਤ ਲਈਐ, ਬਿਨਾ ਗੁਰੂ ਤੋਂ ਪਰਮਾਤਮਾ ਦਾ ਨਾਮ, ਪਰਮੇਸ਼ਰ ਦਾ ਨਾਮ ਕਦੇ ਹਾਸਲ ਨਹੀਂ ਹੁੰਦਾ। ਗੁਰੂ ਤੋਂ ਬਿਨਾ ਵਾਹਿਗੁਰੂ ਦਾ ਨਾਮ ਹਾਸਲ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਕਿਵੇਂ ਲਵੇਗਾ ਗੁਰੂ ਤੋਂ ਬਿਨਾ? ਬਿਨ ਗੁਰ ਰਾਮ ਨਾਮ ਕਤ ਲਈਐ, ਬਿਨਾ ਗੁਰੂ ਤੋਂ ਕਿਵੇਂ ਹਾਸਲ ਕਰੇਗਾ? ਕੋਈ ਹੈ ਢੰਗ, ਕੋਈ ਹੈ ਜ਼ਰੀਆ? ਕੋਈ ਵੀ ਨਹੀਂ। ਇਸ ਲਈ ਰਾਮ ਨਾਮ ਧਨ ਸੰਗ ਸਖਾਈ, ਪਰਮਾਤਮਾ ਦਾ ਨਾਮ ਧਨ ਉਹ ਬੰਦੇ ਦੇ ਸੰਗ ਸਖਾਈ ਹੁੰਦਾ, ਉਹ ਸਾਡੇ ਨਾਲ ਨਿਭਦਾ ਹੈ। ਦੁਨਿਆਵੀ ਧਨ ਉਹ ਬਾਹਰ ਹੀ ਰਹਿ ਜਾਂਦਾ ਹੈ, ਉਹ ਉੱਥੋਂ ਤੱਕ ਆਪੜਦਾ ਹੀ ਨਹੀਂ। ਮੌਤ ਖੋਹ ਲੈਂਦੀ ਉਸ ਧਨ ਨੂੰ। ਉਹ ਧਨ ਜੋੜੀਏ ਜਿਹਨੂੰ ਮੌਤ ਖੋਹ ਨਾ ਸਕੇ। ਉਹ ਧਨ ਜੋੜੀਏ ਜਿਹੜਾ ਹਮੇਸ਼ਾ ਲਈ ਸਾਡੇ ਸੰਗ ਰਵੇ। ਰਾਮ ਨਾਮ ਧਨ ਸੰਗ ਸਖਾਈ, ਅਹਨਿਸ ਨਿਰਮਲ ਹਰ ਲਿਵ ਲਾਈ। ਸਤਿਗੁਰੂ ਕਹਿੰਦੇ ਅਹਨਿਸ ਦਿਨ ਰਾਤ ਉਸ ਵਾਹਿਗੁਰੂ ਦੇ ਵਿੱਚ ਲਿਵ ਲੱਗੇ, ਹਰ ਵੇਲੇ ਉਸ ਪਰਮੇਸ਼ਰ ਵਿੱਚ ਸੁਰਤ ਜੁੜੇ। ਜਦੋਂ ਸਾਡੀ ਸੁਰਤੀ ਉਹਦੇ ਵਿੱਚ ਜੁੜਦੀ ਹੈ, ਸਾਡੀ ਲਿਵ ਲੱਗਦੀ ਹੈ, ਤਦੋਂ ਅਸੀਂ ਨਿਰਮਲ ਹੁੰਦੇ ਹਾਂ। ਨਿਰਮਲਤਾ, ਪਵਿੱਤਰਤਾ, ਸ਼ੁੱਧਤਾ ਤਾਂ ਸਾਡੇ ਅੰਦਰ ਆਉਂਦੀ ਹੈ, ਪਿਓਰਿਟੀ। ਅਸੀਂ ਪੂਰੀ ਤਰ੍ਹਾਂ ਪਵਿੱਤਰ ਹੋ ਜਾਂਦੇ ਹਾਂ, ਅੰਦਰੋਂ ਬਾਹਰੋਂ ਇੱਕੋ ਜਿਹਾ। ਜਦੋਂ ਉਹਦੇ ਨਾਲ ਲਗਨ ਲੱਗਦੀ, ਉਹਦੇ ਨਾਲ ਲਗਨ ਤੋਂ ਬਿਨਾਂ ਸਾਡੇ ਅੰਦਰ ਪਵਿੱਤਰਤਾ ਨਹੀਂ ਆਉਂਦੀ। ਇਸ ਲਈ ਸਤਿਗੁਰੂ ਸਮਝਾਉਂਦੇ ਅਹਨਿਸ ਰਾਮ ਨਾਮ ਲਿਵ ਲਾਈ, ਜਿਨ੍ਹਾਂ ਨੇ ਉਹਦੇ ਨਾਲ ਲਿਵ ਲਾਈ ਉਹ ਪਵਿੱਤਰ ਹੋ ਗਏ। ਰਾਮ ਨਾਮ ਬਿਨ ਕਵਨ ਹਮਾਰਾ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਭਾਈ ਸਾਡਾ ਕੌਣ ਹੈ? ਕੋਈ ਨਹੀਂ। ਸੁੱਖ ਦੁੱਖ ਸਮ ਕਰ, ਨਾਮ ਨਾ ਛੋਡੋ। ਸੁੱਖ ਦੁੱਖ ਨੂੰ ਇੱਕੋ ਜਿਹਾ ਕਰਕੇ ਜਾਣੋ ਤੇ ਵਾਹਿਗੁਰੂ ਦੇ ਨਾਮ ਨੂੰ ਕਦੇ ਤਿਆਗੋ ਨਾ। ਆਪੇ ਬਖਸ਼ ਮਿਲਾਵਣਹਾਰਾ, ਉਹ ਆਪ ਹੀ ਬਖਸ਼ ਕੇ ਮਿਲਾ ਲਵੇਗਾ, ਉਹ ਆਪ ਹੀ ਮਿਲਾ ਲੇਗਾ, ਆਪੇ ਬਖਸ਼ ਕੇ। ਰਹਾ ਕਨਿਕ ਕਾਮਨੀ ਹੇਤ ਗਵਾਰਾ। ਸਤਿਗੁਰੂ ਕਹਿੰਦੇ ਮੂਰਖ ਮਨੁੱਖ ਸੋਨੇ ਅਤੇ ਇਸਤਰੀ ਦੇ ਮੋਹ ਦੇ ਵਿੱਚ ਸਾਰੀ ਜ਼ਿੰਦਗੀ ਲੱਗਾ ਰਹਿੰਦਾ। ਕਨਿਕ ਸੋਨਾ, ਕਾਮਨੀ ਇਸਤਰੀ, ਹੇਤ ਉਹਦੇ ਹੇਤ ਵਿੱਚ, ਕਾਮ ਵਾਸਨਾ ਵਿੱਚ, ਸੋਨੇ ਚਾਂਦੀ ਦੇ ਪੈਸੇ ਦੇ ਮੋਹ ਵਿੱਚ, ਉਹਦੇ ਲੋਭ ਵਿੱਚ। ਸਤਿਗੁਰੂ ਕਹਿੰਦੇ ਇਹ ਗਵਾਰ ਮਨੁੱਖ ਆਪਣਾ ਸਾਰਾ ਜੀਵਨ ਲਾ ਦਿੰਦਾ, ਸਾਰਾ ਜੀਵਨ ਇਸੇ ਤਰ੍ਹਾਂ ਬਰਬਾਦ ਕਰ ਲੈਂਦਾ ਕਿ ਪੈਸਾ ਜੋੜ ਲਵਾਂ, ਸੋਨਾ ਜੋੜ ਲਵਾਂ।
ਸਾਡੇ ਇਸ ਸਮਾਜ ਵਿੱਚ ਹਰ ਆਦਮੀ ਉਹ ਪੈਸਾ ਸੋਨਾ ਜੋੜਨ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੈ। ਹਰ ਘਰ ਵਿੱਚ ਬਹੁਤਾ ਨਹੀਂ ਤਾਂ ਥੋੜ੍ਹਾ ਬਹੁਤ 2-4 1-2 ਤੋਲੇ ਤਾਂ ਜੋੜੇ ਜਾਂਦੇ ਹੀ ਨੇ ਸੋਨੇ ਦੇ। ਥੋੜ੍ਹਾ ਬਹੁਤ ਸੋਨਾ ਹਰ ਕੋਈ ਜੋੜਦਾ ਹੀ ਜੋੜਦਾ। ਸਤਿਗੁਰੂ ਕਹਿੰਦੇ ਇਸਤਰੀ ਦਾ ਮੋਹ ਅਤੇ ਸੋਨੇ ਦਾ ਪੈਸੇ ਦਾ ਲੋਭ ਇਹ ਹਰ ਬੰਦੇ ਨੂੰ ਹੈ। ਕੋਈ ਕੋਈ ਹੈ ਜਿਹੜਾ ਇਸ ਤੋਂ ਬਚਿਆ, ਕੋਈ ਕੋਈ। ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਕੋਲ ਸੋਨਾ ਨਾ ਹੋਵੇ। ਐਸਾ ਨਹੀਂ ਕਿ ਉਹ ਚਾਹੁੰਦੇ ਨਹੀਂ, ਚਾਹੁੰਦੇ ਉਹ ਵੀ ਨੇ, ਬਸ ਇਹ ਹੈ ਕਿ ਉਨੀ ਕਮਾਈ ਨਹੀਂ ਹੈ, ਉਨੀ ਕਮਾਈ ਨਹੀਂ ਹੈ। ਚਾਹੁੰਦੇ ਤਾਂ ਉਹ ਵੀ ਨੇ, ਗਰੀਬ ਆਦਮੀ ਵੀ ਚਾਹੁੰਦਾ ਪਰ ਉਹਦੀ ਉਨੀ ਪਹੁੰਚ ਨਹੀਂ ਹੈ। ਜਦੋਂ ਪਹੁੰਚ ਹੋਏਗੀ ਉਹ ਵੀ ਜੋੜੇਗਾ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਮੂਰਖ ਮਨੁੱਖ ਸਾਰੀ ਜ਼ਿੰਦਗੀ ਇਸਤਰੀ ਅਤੇ ਪੈਸੇ ਦੇ ਵਿੱਚ, ਸੋਨੇ ਚਾਂਦੀ ਵਿੱਚ ਹੀ ਉਲਝੇ ਰਹਿੰਦੇ ਨੇ। ਕਨਿਕ ਕਾਮਨੀ ਹੇਤ ਗਵਾਰਾ, ਦੁਬਦਾ ਲਾਗੇ ਨਾਮ ਵਿਸਾਰਾ। ਦੁਬਦਾ ਵਿੱਚ ਪਏ ਰਹਿੰਦੇ ਨੇ, ਦੁਚਿੱਤੇ ਵਿੱਚ, ਦੁਬਦਾ ਵਿੱਚ ਹੀ ਸਾਰੀ ਜ਼ਿੰਦਗੀ ਦੁਬਦਾ ਵਿੱਚ ਨਿਕਲ ਜਾਂਦੀ। ਕਨਫਿਊਜ਼, ਜ਼ਿਆਦਾਤਰ ਲੋਕ ਕਨਫਿਊਜ਼ ਮਾਈਂਡ ਨੇ ਜ਼ਿਆਦਾਤਰ ਲੋਕਾਂ ਦੇ। ਫੈਸਲਾ ਨਹੀਂ ਲੈ ਪਾਉਂਦੇ ਛੇਤੀ। ਬਹੁਤ ਲੰਬੀ ਵਿਚਾਰ ਚਰਚਾ ਤੋਂ ਬਾਅਦ ਫਿਰ ਜਾ ਕੇ ਕਿਤੇ ਫੈਸਲਾ ਲੈਂਦੇ। ਉਹਦੇ ਤੇ ਵੀ ਡਾਊਟ ਰਹਿੰਦਾ, ਪਤਾ ਨਹੀਂ ਹੋਵੇਗਾ ਕਿ ਨਹੀਂ ਹੋਵੇਗਾ। ਇਹ ਡੋਲਦੇ ਹੋਏ ਮਨ ਦਾ ਲੱਛਣ ਹੈ ਕਿ ਫੈਸਲਾ ਨਹੀਂ ਲੈ ਪਾਉਂਦਾ। ਸਤਿਗੁਰੂ ਕਹਿੰਦੇ ਦੁਬਦਾ ਲਾਗੇ, ਦੁਬਦਾ ਵਿੱਚ ਫਸਿਆ ਹੋਇਆ ਵਾਹਿਗੁਰੂ ਦੇ ਨਾਮ ਨੂੰ ਵਿਸਾਰੀ ਬੈਠਾ ਹੈ। ਦੁਚਿੱਤੇ ਵਿੱਚ ਪਿਆ ਆਦਮੀ ਕਿ ਕਿੱਧਰ ਜਾਵਾਂ, ਇੱਧਰ ਕਿ ਉੱਧਰ, ਕੀ ਕਰਾਂ, ਆਹ ਕਰਾਂ ਜਾਂ ਉਹ ਕਰਾਂ, ਉਲਝਿਆ ਹੋਇਆ। ਜਿਸ ਤੂੰ ਬਖਸ਼ੇ ਨਾਮ ਜਪਾਏ। ਹੇ ਸੱਚੇ ਪਾਤਸ਼ਾਹ, ਜਿਹਨੂੰ ਤੂੰ ਬਖਸ਼ਣਾ ਹੈ, ਜਿਹਦੇ ਤੇ ਤੂੰ ਕਿਰਪਾ ਕਰਦਾ ਹੈ, ਜਿਸ ਤੋਂ ਬਖਸ਼ੇ ਨਾਮ ਜਪਾਏ, ਦੂਤ ਨਾ ਲਾਗ ਸਕੈ ਗੁਣ ਗਾਏ। ਸਤਿਗੁਰੂ ਕਹਿੰਦੇ ਉਹਨੂੰ ਦੂਤ ਨਹੀਂ ਲੱਗਦੇ, ਉਹਨੂੰ ਦੁੱਖਾਂ ਦੇ ਦੂਤ ਨਹੀਂ ਵਿਆਪਦੇ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਉਹਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹਨੂੰ ਜਮਾਂ ਦੇ ਦੂਤਾਂ ਦਾ ਵੀ ਡਰ ਨਹੀਂ ਰਹਿ ਜਾਂਦਾ। ਹਰ ਗੁਰ ਦਾਤਾ ਰਾਮ ਗੋਪਾਲਾ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਹੀ ਸਭ ਦਾਤਾਂ ਦੇਣ ਵਾਲਾ ਹੈ, ਉਹੀ ਸਭ ਕਾਸੇ ਦਾ ਦਾਤਾ। ਜਿਉਂ ਭਾਵੈ ਤਿਉਂ ਰਾਖ ਦਿਆਲਾ। ਹੇ ਸੱਚੇ ਪਾਤਸ਼ਾਹ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਸਾਨੂੰ ਉਵੇਂ ਰੱਖ ਲੈ, ਜਿਵੇਂ ਤੈਨੂੰ ਭਾਉਂਦਾ। ਜਿਉਂ ਭਾਵੈ ਤੂੰ ਰਾਖ ਦਿਆਲਾ, ਗੁਰਮੁਖ ਰਾਮ ਮੇਰਾ ਮਨ ਭਾਇਆ। ਸਤਿਗੁਰੂ ਕਹਿੰਦੇ ਜਦੋਂ ਬੰਦਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਜਦੋਂ ਗੁਰੂ ਨਾਲ ਸਾਂਝ ਪੈਂਦੀ ਹੈ ਤਾਂ ਉਹ ਵਾਹਿਗੁਰੂ ਮਨ ਨੂੰ ਭਾ ਜਾਂਦਾ ਹੈ। ਜਿਹੜੀ ਚੀਜ਼ ਸਾਡੇ ਮਨ ਨੂੰ ਭਾ ਜਾਂਦੀ ਹੈ ਨਾ, ਅਸੀਂ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਮੈਂ ਹਾਸਲ ਕਰ ਲਵਾਂ। ਪਰਮਾਤਮਾ ਸਾਡੇ ਮਨ ਨੂੰ ਹਾਲੇ ਤੱਕ ਭਾਇਆ ਨਹੀਂ ਹੈ, ਇਸ ਕਰਕੇ ਸਾਡਾ ਮਨ ਉੱਧਰਲੇ ਪਾਸੇ ਨੂੰ ਲੱਗਦਾ ਨਹੀਂ ਕਦੇ। ਅਸੀਂ ਜੁੜਦੇ ਨਹੀਂ ਉਸ ਪਾਸੇ ਨੂੰ ਕਿਉਂਕਿ ਸਾਨੂੰ ਭਾਇਆ ਹੀ ਨਹੀਂ, ਉਹ ਚੰਗਾ ਹੀ ਨਹੀਂ ਲੱਗਾ ਹਜੇ ਤੱਕ। ਜਿਸ ਦਿਨ ਉਹ ਭਾ ਗਿਆ ਸਾਡੇ ਮਨ ਨੂੰ, ਉਸ ਦਿਨ ਤੁਸੀਂ ਟਿਕ ਕੇ ਨਹੀਂ ਬਹਿ ਸਕੋਗੇ। ਉਸ ਦਿਨ ਆਰਾਮ ਨਹੀਂ ਕਰ ਸਕੋਗੇ। ਭਾਈ ਵੀਰ ਸਿੰਘ ਦੀ ਕਵਿਤਾ ਹੈ ਨਾ ਕਿ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਖਿੱਚ ਖਾਧੀ ਹੋਵੇ, ਚੋਟ ਖਾਧੀ ਹੋਵੇ, ਉਹ ਕਰ ਆਰਾਮ ਨਹੀਂ ਬਹਿੰਦੇ, ਉਹ ਟਿੱਕੇ ਨਹੀਂ ਬੈਠਦੇ। ਉਹ ਭਗਤ ਕਮਲੇ ਥੋੜੀ ਨਾ ਕਿ ਜਿਹੜਾ ਸੌਂਦੇ ਨਹੀਂ, ਰਾਤਾਂ ਜਾਗ ਜਾਗ ਕੇ ਉਹ ਉਸ ਨੂੰ ਸਿਮਰਦੇ ਰਹਿੰਦੇ ਨੇ। ਕੋਈ ਪ੍ਰੇਮੀ ਉਹ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ ਕਿਉਂਕਿ ਖਿੱਚ ਹੈ ਨਾ ਕੋਈ, ਉਹਨੂੰ ਸੌਣ ਨਹੀਂ ਦਿੰਦੀ। ਉਹ ਨੀਂਦ ਆਉਂਦੀ ਹੈ ਉਹਨੂੰ ਪਰ ਸੌ ਨਹੀਂ ਪਾਉਂਦਾ। ਉਹ ਭਗਤ ਨੂੰ ਵੀ ਨੀਂਦ ਆਉਂਦੀ ਹੈ
पर वो सौ नहीं पाता, क्योंकि ਉਹਦਾ ਪ੍ਰੇਮ ਉਹਨੂੰ ਸੌਣ नहीं ਦਿੰਦਾ, ਉਹਦੀ ਖਿੱਚ ਉਹਦੀ ਲਗਨ ਉਹਨੂੰ ਸੌਣ नहीं ਦਿੰਦੀ। ਇਸ ਲਈ ਜੇ ਅਸੀਂ ਬੇਫਿਕਰ ਹੋ ਕੇ ਤੁਰੇ ਫਿਰਦੇ ਹਾਂ ਤਾਂ ਉਹਦਾ ਕਾਰਨ ਇਹੀ ਹੈ ਕਿ ਸਾਨੂੰ ਹਲੇ ਲਗਨ ਨਹੀਂ ਹੈ, ਸਾਨੂੰ ਹਲੇ ਉਹ ਪਾਇਆ ਨਹੀਂ ਹੈ, ਸਾਨੂੰ ਹਲੇ ਉਹ ਪਿਆਰਾ ਨਹੀਂ ਲੱਗਾ। ਇਸ ਕਰਕੇ ਸਾਡੇ ਧਾਰਮਿਕ ਕਰਮ ਉੱਪਰੋਂ ਨੇ, ਹਾਲੇ ਸਿਰਫ ਉੱਪਰੋਂ ਦਿਖਾਵੇ ਦੇ ਨੇ। ਜਿਸ ਦਿਨ ਲਗਨ ਲੱਗ ਗਈ ਤੁਸੀਂ ਰਹਿ ਨਹੀਂ ਸਕੋਗੇ। ਜਿਵੇਂ ਅਸੀਂ ਸਾਹਾਂ ਤੋਂ ਬਿਨਾਂ ਨਹੀਂ ਨਾ ਰਹਿ ਸਕਦੇ, ਜਿਵੇਂ ਅਸੀਂ ਰੋਟੀ ਤੋਂ ਬਿਨਾਂ, ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ, ਇਸ ਤਰ੍ਹਾਂ ਜਿਵੇਂ ਅਸੀਂ ਕੱਪੜੇ ਤੋਂ ਬਿਨਾਂ ਨਹੀਂ ਰਹਿ ਸਕਦੇ, ਇਸ ਤਰ੍ਹਾਂ ਫਿਰ ਨਹੀਂ ਰਹਿ ਸਕੋਗੇ। ਰੋਗ ਮਿਟੇ ਦੁੱਖ ਠਾਕ ਰਹਾਇਆ। ਸਤਿਗੁਰੂ ਕਹਿੰਦੇ ਰੋਗ ਮਿਟ ਗਏ ਜਦੋਂ ਉਹਦੇ ਨਾਲ ਲਗਨ ਲੱਗ ਗਈ। ਰੋਗ ਮਿਟ ਗਏ ਤੇ ਦੁੱਖ ਠਾਕ ਦਿੱਤਾ, ਉਹਨੇ ਰੋਕ ਦਿੱਤਾ, ਦੁੱਖ ਰੋਕ ਦਿੱਤਾ, ਠਾਕ ਦਿੱਤਾ। ਹੁਣ ਨਹੀਂ ਕੋਈ ਫਿਕਰ, ਖਤਮ ਹੋ ਗਿਆ। ਅਵਰ ਨਾ ਔਖਦ ਤੰਤ ਨਾ ਮੰਤਾ, ਹਰ ਸਿਮਰਨ ਕਿਲ ਵਿਖਾਂਤਾ। ਸਤਿਗੁਰੂ ਕਹਿੰਦੇ ਜਿਹੜੇ ਬੰਦੇ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਨੇ ਉਹਨਾਂ ਨੂੰ ਕੋਈ ਤੰਤਰ ਮੰਤਰ ਕੁਛ ਨਹੀਂ ਵਿਆਪਦਾ। ਸਾਡੇ ਲੋਕ ਡਰਦੇ ਰਹਿੰਦੇ ਨੇ ਤੰਤਰ ਮੰਤਰ ਤੋਂ, ਜਾਦੂ ਟੂਣਿਆਂ ਤੋਂ, ਕਈ ਤਰ੍ਹਾਂ ਦੇ ਧਾਗੇ ਤਵੀਤਾਂ ਤੋਂ। ਉਹਨਾਂ ਦਾ ਡਰ ਸਾਡੇ ਮਨਾਂ ਵਿੱਚ ਰਹਿੰਦਾ ਹੈ। ਬੇਸ਼ੱਕ ਅੱਜ ਦੇ ਸਮੇਂ ਵਿੱਚ ਲੋਕ ਕਹਿਣ ਨੂੰ ਤਾਂ ਬਹੁਤ ਪੜ੍ਹ ਲਿਖ ਗਏ ਨੇ, ਪਰ ਇਹਨਾਂ ਚੀਜ਼ਾਂ ਦੇ ਵਿੱਚ ਅੱਜ ਵੀ ਲੋਕਾਂ ਦਾ ਵਿਸ਼ਵਾਸ ਹੈ ਓਨਾ ਹੀ ਹੈ ਜਿੰਨਾ ਪਹਿਲਾਂ ਸੀ। ਹੋ ਸਕਦਾ ਜ਼ਿਆਦਾ ਹੀ ਹੋਵੇ ਕੁਛ। ਜਾਦੂ ਟੂਣਿਆਂ ਵਿੱਚ ਅੱਜ ਵੀ ਲੋਕ ਓਨਾ ਹੀ ਵਿਸ਼ਵਾਸ ਕਰਦੇ ਨੇ। ਇਸ ਲਈ ਜੇ ਲੋਕ ਸੱਚਮੁੱਚ ਇਹਨਾਂ ਚੀਜ਼ਾਂ ਤੋਂ ਜਾਗਰੂਕ ਹੋ ਗਏ ਹੁੰਦੇ ਤਾਂ ਇਹਨਾਂ ਜਾਦੂ ਟੂਣਿਆਂ ਵਾਲਿਆਂ ਦੀ, ਧਾਗੇ ਤਵੀਤਾਂ ਵਾਲਿਆਂ ਦੀ ਐਡਵਰਟਾਈਜ਼ਮੈਂਟ ਖਤਮ ਹੋ ਜਾਣੀ ਚਾਹੀਦੀ ਸੀ ਹੁਣ ਤੱਕ, ਪਰ ਨਹੀਂ ਹੋ ਸਕੀ। ਉਹ ਵਧੀ ਹੈ ਸਗੋਂ ਇਹਨਾਂ ਦੀ ਐਡਵਰਟਾਈਜ਼ਮੈਂਟ। ਤੁਸੀਂ ਦੇਖੋ ਸੋਸ਼ਲ ਮੀਡੀਆ 'ਤੇ, ਤੁਸੀਂ ਦੇਖੋ ਇਹਨਾਂ ਨੂੰ ਟੀਵੀ 'ਤੇ, ਬਹੁਤ ਵਧੀਆ, ਕਿਉਂਕਿ ਲੋਕਾਂ ਦੀ ਦਿਲਚਸਪੀ ਹਾਲੇ ਇਹਨਾਂ 'ਚੋਂ ਖਤਮ ਨਹੀਂ ਹੋਈ। ਲੋਕ ਹਾਲੇ ਵੀ ਇਹਨਾਂ 'ਚ ਯਕੀਨ ਕਰਦੇ ਨੇ ਕਿ ਕਿਸੇ ਦਾ ਧਾਗਾ ਤਵੀਤ ਤੁਹਾਡਾ ਕੋਈ ਕੰਮ ਵਿਗਾੜ ਸਕਦਾ, ਕਿਸੇ ਦਾ ਕੋਈ ਧਾਗਾ ਤਵੀਤ ਤੁਹਾਡੇ ਘਰ ਵਿੱਚ ਸੁੱਖ ਲਿਆ ਸਕਦਾ ਹੈ। ਲੋਕ ਹਾਲੇ ਵੀ ਮੰਨਦੇ ਨੇ ਇਹਨਾਂ ਚੀਜ਼ਾਂ ਨੂੰ। ਕੋਈ ਕਿਸੇ ਤਰ੍ਹਾਂ ਦੀ ਛੋਟੀ ਜੀ ਕੋਈ ਚੀਜ਼ ਲਿਆ ਕੇ ਘਰ ਰੱਖ ਲਓ ਤੇ ਪੈਸੇ ਆਉਣ ਲੱਗ ਜਾਂਦੇ ਨੇ ਘਰ ਵਿੱਚ। ਲੋਕ ਮੰਨਦੇ ਨੇ ਇਹਨਾਂ ਗੱਲਾਂ ਨੂੰ। ਕੋਈ ਫਲਾਣਾ ਜੰਤਰ ਆਪਣੇ ਘਰ ਲੈ ਆਓ ਤੇ ਮਾਇਆ ਆਉਣ ਲੱਗ ਜਾਂਦੀ ਜੀ, ਲక్ష్ਮੀ ਆਉਣ ਲੱਗ ਜਾਂਦੀ। ਲੋਕ ਮੰਨਦੇ ਨੇ, ਪਰ ਹੁੰਦਾ ਕੁਝ ਵੀ ਨਹੀਂ, ਹੁੰਦਾ ਕੁਝ ਵੀ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਜਿਹੜੇ ਬੰਦੇ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੋਏ ਨੇ ਉਹ ਇਹਨਾਂ ਤੰਤਰਾਂ ਮੰਤਰਾਂ ਵਿੱਚ ਨਹੀਂ ਉਲਝਦੇ, ਉਹ ਇਹਨਾਂ ਚੱਕਰਾਂ ਵਿੱਚ, ਧਾਗਿਆਂ ਤਵੀਤਾਂ ਵਿੱਚ ਪੈਂਦੇ ਹੀ ਨਹੀਂ। ਕਿਸੇ ਕਾਲੇ ਧਾਗੇ ਨੂੰ ਪੈਰ ਜਾਂ ਹੱਥ ਵਿੱਚ ਬੰਨ੍ਹਣ ਨਾਲ ਕੁਛ ਨਹੀਂ ਹੁੰਦਾ, ਕੋਈ ਕਿਸੇ ਤਰ੍ਹਾਂ ਦੀ ਤੜਾਗੀ ਪਾਉਣ ਨਾਲ ਕੁਛ ਨਹੀਂ ਹੁੰਦਾ, ਕੋਈ ਕਿਸੇ ਤਰ੍ਹਾਂ ਦਾ ਬੱਚੇ ਦੇ ਗਲ ਦੇ ਵਿੱਚ ਅਸੀਂ ਕੋਈ ਚੀਜ਼ਾਂ ਪਾ ਦਿੰਦੇ ਹਾਂ ਕਿ ਇਹਦੇ ਨਾਲ ਕੁਛ ਨਹੀਂ ਫਰਕ ਪੈਂਦਾ, ਇਹਨਾਂ ਨਾਲ ਕੁਛ ਨਹੀਂ ਹੁੰਦਾ। ਸਿਰਫ ਸਾਡੇ ਦੇਸ਼ ਵਿੱਚ ਹੀ ਐਸਾ ਕੁਛ ਹੁੰਦਾ ਹੈ, ਹੋਰਨਾਂ ਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਚਲੇ ਜਾਓ ਉੱਥੇ ਕੁਛ ਨਹੀਂ ਐਸਾ। ਉੱਥੇ ਵੀ ਤਾਂ ਸਾਡੇ ਵਰਗੇ ਬੰਦੇ ਰਹਿੰਦੇ ਨੇ, ਉਹ ਵੀ ਤਾਂ ਸਾਡੇ ਵਰਗੇ ਹੀ ਮਨੁੱਖ ਨੇ, ਪਰ ਅਸੀਂ ਲੋਕ ਇਹਨਾਂ ਚੀਜ਼ਾਂ ਵਿੱਚ ਉਲਝੇ ਹਾਂ। ਹਾਂ, ਉੱਥੇ ਵੀ ਕੁਛ ਲੋਕ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਜਿਹੜਾ ਵਾਹਿਗੁਰੂ ਨਾਲ ਜੁੜਿਆ ਉਹ ਨੇ ਇਹਨਾਂ ਚੀਜ਼ਾਂ ਵਿੱਚ ਨਹੀਂ ਉਲਝਦਾ। ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ, ਤੰਤ ਮੰਤ ਨਾ ਜੋ ਹੈ। ਤੰਤਰ ਮੰਤਰ ਉਸ ਨੂੰ ਜੋ ਨਹੀਂ ਸਕਦਾ। ਤਿਤ ਚਾਕ ਨਾ ਲੱਗੈ, ਚਾਕ ਕਹਿੰਦੇ ਬੁਰੀ ਨਜ਼ਰ। ਸਤਿਗੁਰੂ ਕਹਿੰਦੇ ਉਹਨੂੰ ਬੁਰੀ ਨਜ਼ਰ ਵੀ ਨਹੀਂ ਵਿਆਪਦੀ। ਬੁਰੀ ਨਜ਼ਰ ਸਾਨੂੰ ਬੁਰੀ ਨਜ਼ਰ ਕਿਉਂ ਲੱਗਦੀ ਹੈ? ਕਿਉਂਕਿ ਅਸੀਂ ਹਮੇਸ਼ਾ ਦੂਸਰਿਆਂ ਦੀਆਂ ਨਜ਼ਰਾਂ ਦੇਖਦੇ ਰਹਿੰਦੇ ਹਾਂ ਕਿ ਕੋਈ ਮੈਨੂੰ ਦੇਖਦਾ ਹੈ ਕਿ ਨਹੀਂ ਦੇਖਦਾ। ਅਸੀਂ ਇਸੇ ਵਿੱਚ ਗੱਲ ਵਿੱਚ ਰਹਿੰਦੇ ਹਾਂ ਕਿ ਮੈਂ ਦੂਸਰੇ ਦੀ ਨਜ਼ਰ ਵਿੱਚ ਆ ਜਾਵਾਂ। ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਉਹੋ ਜਿਹੇ ਕੱਪੜੇ ਪਹਿਨਦੇ ਹਾਂ, ਉਹੋ ਜਿਹਾ ਖਾਣਾ ਪੀਣਾ ਕਰਦੇ ਹਾਂ ਕਿ ਦੂਸਰਿਆਂ ਦੀ ਨਿਗਾਹ ਵਿੱਚ ਰਵਾਂ ਮੈਂ।
नज़र कोई बंदा किसी ਨੂੰ कोई नज़र नहीं लगा सकता। ਅਸੀਂ ਕਹਿੰਦੇ ਜੀ फलाने बंदे ਦੀ देखनी बहुत माड़ी है। हाँ, ਉਹਦੀ देखनी वासना ਨਾਲ ਭਰੀ हो सकती है, वासना ਨਾਲ ਉਹਦੀ देखनी माड़ी है। लोग कहते जी ਉਹਦੀ नज़र लग गई फलाने बंदे ਦੀ। सतगुरु कहते ਉਹਦੀ नज़र नहीं लग सकती जे तुसी वाहिगुरु नाल जुड़े हो। जे तुसी नहीं जुड़े तो फिर तुहानू कोई भी नज़र लग जाएगी, कोई भी। कई बारी तुसी ऐसा भी सुनिया होवेगा, माँ अपने पुੱਤ ਨੂੰ ਕਹਿੰਦੀ है कि किते मेरी नज़र ना लग जाए। कमाल है। हुण इसनूं तुसी किस एंगल तो वेखोगे, किस ढंग नाल वेखोगे? इसलिए सतगुरु कहते ਜਿਹੜੇ ਵਾਹਿਗੁਰੂ ਦੇ ਸਿਮਰਨ ਨਾਲ ਜੁੜੇ ਉਹ ਇਹਨਾਂ ਔਖਦਾਂ ਵਿੱਚ, ਇਹਨਾਂ ਤੰਤਰਾਂ ਮੰਤਰਾਂ ਵਿੱਚ ਕਦੇ ਨਹੀਂ ਉਲਝਦੇ। ਗੁਰੂ ਨਾਨਕ ਸਾਹਿਬ ਕਹਿੰਦੇ ਅਵਰ ਨਾ ਔਖਦ ਤੰਤ ਨਾ ਮੰਤਾ, ਹਰ ਹਰ ਸਿਮਰਨ ਕਿਲ ਵਿਖ ਹੰਤਾ। ਵਾਹਿਗੁਰੂ ਦਾ ਸਿਮਰਨ ਸਾਰੇ ਕਿਲ ਵਿਖਾਂ ਨੂੰ ਖਤਮ ਕਰ ਦਿੰਦਾ ਹੈ। ਤੂੰ ਆਪ ਭੁਲਾਵੇਂ ਨਾਮ ਵਿਸਾਰ। हे वाहिगुरु, तू आप ही इस माया नू पैदा करना है तो इस माया नू वेख के बंदा उलझ जाता है। इसलिए ये माया भी तेरी पैदा की हुई, इस माया दे भरम भुलेखे भी तेरे, ते तू बंदे नू इहदे विच उलझा के भुलाउण वाला भी तू आप ही। इसलिए जे बंदे नू विसर गया तो वह भी विसरन का कारण भी तू ही। तू आप भुलावें नाम विसार, तू आपे राखें किरपा धार। तू आप ही किरपा करके फिर रख भी लैंदा है। तू आप ही रहमत करके अपने नाल जोड़ के फिर रख भी लैंदा है। सतगुरु कहंदे यही उसका खेड है, अजीब है। यही गल समझ नहीं आती साडे। रोग भरम भेद मन दूजा। मन दे विच सतगुरु कहंदे रोग है माया दा। मन विच की है भरम। भरम कि झूठ नूं सच समझ जाते हैं, उस नूं सच समझ जाते हैं जो सच है ही नहीं, जो असलीयत है ही नहीं उस नूं सच जानते हैं। असी लोग कदे भी सच्चाई नूं नहीं देख पाते। असी उलझे रहने हैं क्योंकि सानू उलझा रखा जाता है। जिवें सरकारां उलझा रखदियां सानू कि कुछ ना कुछ इहो जी कोई अमृत महाउत्सव दे दिओ कि लोगों का होर पासे ध्यान ही ना जाए। लोगों को फिक्र ही ना, लोग रहन जी ठीक है जी, देश भगती पैदा कर दे लोगों विच। उन्होंने दसो कि बहुत वड्डा अमृत महाउत्सव मनाया जा रहा है। लोगों को ख्याल ही भुल जाए कि अमृत महाउत्सव तो मनाया जा रहा, दुध दही महंगा हो गया, गुजारा किवें होना, इस वालों लोगों का ध्यान ही ना जाए। इसलिए लोगों को उलझाई रखो, उलझाई रखो। कोई ना कोई मुद्दा सुट्टा ही रखो, कोई ना कोई ऐसा विषा दे ही जाओ कि लोग उलझे रहन, लोग फसे रहन। ऐसा झमेला पाई रखो कि उन्होंने कोई दे दिओ स्कीम कि 3 साल 4 साल नौकरी तो बाद रिटायरमेंट, नौजवान आपे दंगे करते रहन, लड़ाइयाँ झगड़े करते, लोग उलझे रहन। सरकारां ऐसा ही करदियां। इनू ही माया कहंदे ने। असीं भरम जांदे आ, असीं भरम विच पै जांदे आ, समझ नहीं पाते। झूठ नूं सच जान लैंदे आ। सतगुरु कहंदे भरम मन विच आ, भरम झूठ नूं सच समझ लैना, भेद भेद नहीं जान पाते। रोग भरम भेद मन दूजा। मन विच दूजा पाओ मेर तेर, मेर तेर भरी पई। गुर बिन भरम जपै जप दूजा। गुरु तो बिना बंदा भरम विच पिया रहिंदा है ते होर होर चीज़ां विच उलझिया रहिंदा है, होर होर चीज़ां विच। आद पुरख गुर दर्शन देखै। सतगुरु कहंदे आद पुरख दा, गुरु दा दर्शन नहीं बंदा करदा, गुरु नूं देखदा ही नहीं कदी। गुरु साडे सामने मौजूद हुंदा है पर साडे ध्यान विच नहीं आउंदा। साडे सामने हुंदा है पर सानूं नज़र नहीं आउंदा। वो किते दूर थोड़ी ना हुंदा, किते दूर थोड़ी। रोज़ पता नहीं किन्ने क लोग गुरुद्वारे दे मोहरियों दी गुजरदे ने, बेअंत बेअंत। पर कुछ कुछ लोग हुंदे ने तुहाडे वर्गे जिहड़े गुरु तक पहुँचते हैं, सब नहीं।
ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਆਦਿ ਪੁਰਖ ਕਾ ਦਰਸ਼ਨ ਨਾ ਦੇਖੈ, ਗੁਰੂ ਦਾ ਪਰਮੇਸ਼ਰ ਦਾ ਕਦੇ ਦਰਸ਼ਨ ਨਹੀਂ ਕਰਦੇ। ਬਿਨ ਗੁਰ ਸ਼ਬਦ ਜਨਮ ਕੇ ਲੇਖੈ। ਸਤਿਗੁਰੂ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨਾਂ ਦਾ ਜਨਮ ਕਿਸੇ ਲੇਖੇ ਨਹੀਂ ਲੱਗਦਾ। ਉਹ ਉਲਝੇ ਰਹਿੰਦੇ ਨੇ ਹੋਰ ਹੋਰ ਮਾਇਆ ਦੇ ਝਮੇਲਿਆਂ ਵਿੱਚ। ਦੇਖ ਅਚਰਜ ਰਹੇ ਬਿਸਮਾਦ। ਸਤਿਗੁਰੂ ਕਹਿੰਦੇ ਇਹ ਦੇਖ ਕੇ ਬੜੇ ਹੈਰਾਨ ਹੋ ਰਹੇ ਹਾਂ, ਮਨ ਬੜਾ ਹੈਰਾਨ ਹੋ ਰਿਹਾ ਕਿ ਕੀ ਵਾਪਰ ਰਿਹਾ ਇਹ ਸਾਡੇ ਆਲੇ ਦੁਆਲੇ। ਦੇਖ ਅਚਰਜ ਰਹੇ ਬਿਸਮਾਦ, ਘਟ ਘਟ ਸੁਰ ਨਰ ਸਹਿਜ ਸਮਾਦ। ਉਹ ਵਾਹਿਗੁਰੂ ਤਾਂ ਘਟ ਘਟ ਵਿੱਚ ਵਸਿਆ ਹੋਇਆ ਤੇ ਅਸੀਂ ਲੋਕ ਉਲਝੇ ਹਾਂ ਹੋਰੀ ਚੀਜ਼ਾਂ ਵਿੱਚ। ਅਸੀਂ ਉਸ ਨੂੰ ਆਪਣੇ ਨੇੜੇ ਨਹੀਂ ਦੇਖ ਪਾਉਂਦੇ, ਅਸੀਂ ਉਹਨੂੰ ਆਪਣੇ ਦੂਰ ਨਹੀਂ ਦੇਖ ਪਾਉਂਦੇ, ਆਪਣੇ ਘਰ ਵਿੱਚ ਨਹੀਂ ਦੇਖ ਪਾਉਂਦੇ, ਗੁਰੂ ਦੇ ਘਰ ਵਿੱਚ ਵੀ ਉਹਨੂੰ ਦੇਖ ਨਹੀਂ ਪਾਉਂਦੇ। ਆਪਣੇ ਘਰ ਵਿੱਚ ਤਾਂ ਕੀ ਦੇਖਣਾ, ਮੰਦਿਰ ਵਿੱਚ ਵੀ ਨਹੀਂ ਦੇਖ ਪਾਉਂਦੇ। ਇਸ ਲਈ ਕਿਸੇ ਦੂਸਰੇ ਦੀ ਮਸਜਿਦ ਵਿੱਚੋਂ ਕੀ ਦਿਸਣਾ, ਸਾਨੂੰ ਆਪਣੇ ਮੰਦਿਰ ਗੁਰਦੁਆਰੇ ਚੋਂ ਨਹੀਂ ਦਿਸਦਾ। ਦੂਸਰੇ ਦੀ ਮਸਜਿਦ ਵਿੱਚੋਂ ਵੀ ਅਸੀਂ ਆਪਣਾ ਮੰਦਿਰ ਲੱਭਦੇ ਫਿਰਦੇ ਹਾਂ ਕਿ ਉਹਨਾਂ ਦੀ ਮਸਜਿਦ ਦੇ ਵਿੱਚ ਸਾਡਾ ਸ਼ਿਵਲਿੰਗ ਹੈ ਜੀ, ਉੱਥੋਂ ਵੀ ਇਹੀ ਕੁਛ ਲੱਭਦੇ ਫਿਰਦੇ ਹਾਂ। ਪਰ ਰੱਬ ਸਾਨੂੰ ਕਿਤੇ ਵੀ ਨਹੀਂ ਦਿਸਦਾ, ਪਰਮੇਸ਼ਰ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਹੈਰਾਨੀ ਹੋ ਰਹੀ ਹੈ ਇਹ ਸਾਰਾ ਕੁਝ ਦੇਖ ਕੇ। ਇੱਕ ਪਾਸੇ ਬੰਦਾ ਦਾਅਵਾ ਕਰਦਾ ਕਿ ਮੈਂ ਸਿਮਰਨ ਸਾਧਨਾ ਕਰਦਾ, ਤਪੱਸਿਆ ਕਰਦਾ, ਰੱਬ ਦਾ ਨਾਮ ਲੈਂਦਾ, ਉੱਤੋਂ ਆ ਉਲਟੇ ਕੰਮ ਕਰਨ ਨੂੰ ਹਟਦਾ ਵੀ ਨਹੀਂ, ਦੇਖਦਾ ਉਹਨੂੰ ਹੈ ਨਹੀਂ ਜੋ ਸਾਹਮਣੇ ਮੌਜੂਦ ਹੈ। ਇਸ ਕਰਕੇ ਅਚਰਜਤਾ ਹੁੰਦੀ ਹੈ, ਹੈਰਾਨੀ ਹੁੰਦੀ ਕਿ ਬੰਦਾ ਪਖੰਡ ਕਰਦਾ, ਕਿਹਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਝੂਠੇ ਕਰਮ ਕਾਂਡ ਕਰਕੇ, ਪਖੰਡ ਕਰਕੇ, ਦੁਨੀਆ ਨੂੰ, ਆਪਣੇ ਆਪ ਨੂੰ ਜਾਂ ਪਰਮੇਸ਼ਰ ਨੂੰ। ਸਤਿਗੁਰੂ ਕਹਿੰਦੇ ਪਰਮਾਤਮਾ ਕੋਈ ਬੱਚਾ ਥੋੜ੍ਹੀ ਹੈ ਜਿਹੜਾ ਤੁਸੀਂ ਉਹਨੂੰ ਭਰਮਾ ਲਓਗੇ। ਇਸ ਕਰਕੇ ਇਹ ਸਾਰਾ ਕੁਝ ਦੇਖ ਕੇ ਹੈਰਾਨੀ ਹੁੰਦੀ ਹੈ। ਘਟ ਘਟ ਉਹ ਵਾਹਿਗੁਰੂ ਘਟ ਵਿੱਚ ਵਸਿਆ ਹੋਇਆ, ਹਰ ਘਟ ਵਿੱਚ ਸੁਰ ਨਰ ਸਹਿਜ ਸਮਾਦ। ਜਿਹੜੇ ਸਹਿਜ ਵਿੱਚ ਟਿਕ ਗਏ, ਜਿਹੜੇ ਸਹਿਜ ਸਮਾਦ ਹੋ ਗਏ, ਜਿਨ੍ਹਾਂ ਦੀ ਸਮਾਧੀ ਲੱਗ ਗਈ, ਭਾਵ ਲਿਵ ਲੱਗ ਗਈ, ਵਾਹਿਗੁਰੂ ਨਾਲ ਜਿਨ੍ਹਾਂ ਦਾ ਧਿਆਨ ਲੱਗ ਗਿਆ, ਉਸ ਘਟ ਘਟ ਵਿੱਚ ਵਸਦੇ ਹੋਏ ਨੂੰ ਜਾਣ ਲੈਂਦੇ ਨੇ। ਉਹਨਾਂ ਦਾ ਜੀਵਨ ਦੇਵਤਿਆਂ ਜੈਸਾ ਉੱਚਾ ਹੋ ਜਾਂਦਾ ਹੈ। ਭਰਪੁਰ ਧਾਰ ਰਹੇ ਮਨ ਮਾਹੀ। ਸਤਿਗੁਰੂ ਕਹਿੰਦੇ ਉਹਨਾਂ ਨੇ ਇਸ ਨੂੰ ਮਨ ਵਿੱਚ ਜਾਣ ਲਿਆ, ਇਸ ਗੱਲ ਨੂੰ ਕਿ ਭਰਪੁਰ ਧਾਰ ਰਹੇ, ਕਿ ਵਾਹਿਗੁਰੂ ਸਾਰੀਆਂ ਥਾਵਾਂ ਵਿੱਚ ਭਰਪੂਰ ਹੈ, ਕਿਤੇ ਘੱਟ ਜਾਂ ਕਿਤੇ ਵੱਧ ਨਹੀਂ। ਐਸਾ ਨਹੀਂ ਹੈ ਕਿ ਉਹ ਮੰਦਿਰ ਵਿੱਚ ਜ਼ਿਆਦਾ ਜਾਂ ਮਸਜਿਦ ਵਿੱਚ ਘੱਟ, ਜਾਂ ਤੁਹਾਡੇ ਘਰ ਵਿੱਚ ਘੱਟ ਜਾਂ ਗੁਰਦੁਆਰੇ ਵਿੱਚ ਜ਼ਿਆਦਾ। ਉਹ ਹਰ ਥਾਂ ਇੱਕੋ ਜਿਹਾ ਹੈ। ਤੁਹਾਡੀ ਦੁਕਾਨ ਵਿੱਚ ਵੀ ਓਨਾ ਹੀ ਹੈ, ਤੁਹਾਡੇ ਘਰ ਵਿੱਚ ਵੀ ਓਨਾ ਹੀ ਹੈ, ਤੁਹਾਡੇ ਨੌਕਰ ਦੇ ਘਰ ਵਿੱਚ ਵੀ ਓਨਾ ਹੀ ਹੈ, ਤੁਹਾਡੇ ਘਰ ਵਿੱਚ ਵੀ ਓਨਾ ਹੀ ਹੈ। ਉਹ ਮੰਦਿਰ, ਮਸਜਿਦ, ਗੁਰਦੁਆਰੇ ਸਭ ਥਾਂ ਇੱਕੋ ਜਿਹਾ ਹੈ। ਸਤਿਗੁਰੂ ਨੇ ਬਾਣੀ ਅੰਦਰ ਕਿਹਾ ਕਿ ਕੀੜੀ ਵਿੱਚ ਵੀ ਪ੍ਰਮਾਤਮਾ ਓਨਾ ਹੀ ਹੈ ਤੇ ਹਾਥੀ ਵਿੱਚ ਵੀ ਓਨਾ ਹੀ ਹੈ। ਐਸਾ ਨਹੀਂ ਕਿ ਹਾਥੀ ਵੱਡਾ ਹੈ ਤੇ ਉਹਦੇ ਵਿੱਚ ਜ਼ਿਆਦਾ ਹੈ, ਕੀੜੀ ਛੋਟੀ ਹੈ ਤੇ ਉਹਦੇ ਵਿੱਚ ਥੋੜ੍ਹਾ ਹੈ। ਉਹ ਦੋਨਾਂ ਵਿੱਚ ਬਰਾਬਰ ਇੱਕੋ ਜਿਹਾ ਹੀ ਹੈ, ਹਰ ਥਾਂ ਇੱਕੋ ਜਿਹਾ ਹੈ ਪਰਮੇਸ਼ਰ। ਇਸ ਲਈ ਸਤਿਗੁਰੂ ਕਹਿੰਦੇ ਇਸ ਗੱਲ ਦੀ ਸਮਝ ਆ ਗਈ, ਹੁਣ ਮਨ ਵਿੱਚ ਇਹ ਗੱਲ ਵਸ ਗਈ ਕਿ ਭਰਪੂਰ ਧਾਰ ਰਹੇ ਮਨ ਮਾਹੀ, ਤੁਮ ਸੰਸਰ ਅਵਰ ਕੋ ਨਾਹੀ। हे ਵਾਹਿਗੁਰੂ ਤੇਰੇ ਬਰਾਬਰ ਕੋਈ ਹੋਰ ਨਹੀਂ ਹੈ, ਤੇਰੇ ਜੈਸਾ ਕੋਈ ਹੋਰ ਨਹੀਂ। ਜਾ ਕੀ ਭਗਤ ਹੇਤ ਮੁਖ ਨਾਮ। ਸਤਿਗੁਰੂ ਕਹਿੰਦੇ ਜਿਹਦਾ ਭਗਤੀ ਵਿੱਚ ਹੇਤ ਮਤਲਬ ਪ੍ਰੇਮ, ਜਿਹਦਾ ਪਰਮੇਸ਼ਰ ਦੀ ਭਗਤੀ ਵਿੱਚ, ਉਹਦੀ ਬੰਦਗੀ ਵਿੱਚ ਪ੍ਰੇਮ ਹੈ, ਉਹਦੇ ਮੁਖ ਵਿੱਚ ਹਮੇਸ਼ਾ ਵਾਹਿਗੁਰੂ ਦਾ ਨਾਮ ਹੋਵੇਗਾ, ਨਿੰਦਾ ਚੁਗਲੀ ਨਹੀਂ ਹੋਵੇਗੀ। ਉਹਦੀ ਜ਼ੁਬਾਨ ਤੇ ਹਮੇਸ਼ਾ ਰੱਬ ਦੀ ਉਸਤਤ, ਉਹਦੀ ਜ਼ੁਬਾਨ ਤੇ ਕੋਈ ਦੂਸਰੀ ਗੱਲ ਨਹੀਂ ਤੁਸੀਂ ਸੁਣੋਗੇ। ਤੁਸੀਂ ਉਹਦੇ ਕੋਲ ਬੈਠੋ, ਸਾਰਾ ਦਿਨ ਬਹਿ ਕੇ ਆ ਜਾਓ, ਤੁਹਾਡੇ ਕੋਲੋਂ ਕਿਸੇ ਦੂਸਰੇ ਬੰਦੇ ਦੀ ਗੱਲ ਨਹੀਂ ਕਰੇਗਾ। ਰੱਬ ਦੀਆਂ ਗੱਲਾਂ ਸਾਰਾ ਦਿਨ ਉਹਦੇ ਕੋਲ ਬਹਿ ਕੇ ਸੁਣਦੇ ਰਹੋ। ਅਸੀਂ ਚਾਹੇ ਕਿਸੇ ਕੋਲ 2 ਮਿੰਟ ਬੈਠੀਏ, ਚਾਹੇ 2 ਘੰਟੇ, ਸਾਡੇ ਕੋਲ ਦੂਸਰਿਆਂ ਦੀਆਂ ਗੱਲਾਂ ਤੋਂ ਇਲਾਵਾ ਹੋਰ ਕੋਈ ਗੱਲ ਹੁੰਦੀ ਹੋਈ ਨਹੀਂ। ਕਦੀ ਵਿਚਾਰਿਓ ਕਿ ਅਸੀਂ ਗੱਲ ਕੀ ਕਰਦੇ ਹਾਂ? ਅਸੀਂ ਦੂਸਰੇ ਦੀ ਗੱਲ ਕਰਦੇ ਹਾਂ। ਉਹਨੇ ਆਹ ਕਰ ਦਿੱਤਾ, ਉਹਨੇ ਆਹ ਕੀਤਾ, ਉਹਨੇ ਆਹ ਮਾੜਾ ਕਰ ਲਿਆ, ਅਸੀਂ ਦੂਸਰੇ ਦੀ ਹੀ ਗੱਲ ਕਰਦੇ ਹਾਂ। ਚਾਹੇ ਉਹ ਨਿੰਦਾ ਨਾ ਵੀ ਹੋਵੇ, ਪਰ ਗੱਲ ਹਮੇਸ਼ਾ 3rd ਪਰਸਨ ਦੀ ਹੀ ਕਰਦੇ ਹਾਂ ਅਸੀਂ। ਇਹ ਠੀਕ ਨਹੀਂ ਹੈ।
ਇਸ ਤੋਂ ਇਲਾਵਾ ਵੀ ਕੋਈ ਗੱਲ ਕੀਤੀ ਜਾ ਸਕਦੀ ਹੈ, ਦੂਸਰਿਆਂ ਦੀਆਂ ਗੱਲਾਂ ਤੋਂ ਇਲਾਵਾ ਵੀ ਕੋਈ ਚਰਚਾ ਕੀਤੀ ਜਾ ਸਕਦੀ ਹੈ। ਸਾਨੂੰ ਹੋਰ ਆਉਂਦਾ ਹੀ ਨਹੀਂ ਕੁਛ, ਇਸ ਕਰਕੇ ਅਸੀਂ ਇਹੀ ਕਰਦੇ ਰਹਿੰਦੇ ਹਾਂ। ਸਤਿਗੁਰੂ ਕਹਿੰਦੇ ਜਿਹਦਾ ਭਗਤੀ ਦੇ ਵਿੱਚ ਹੇਤ ਹੈ ਉਹਦੇ ਮੁਖ ਵਿੱਚ ਹਮੇਸ਼ਾ ਪਰਮੇਸ਼ਰ ਦਾ ਨਾਮ ਹੈ। ਸੰਤ ਭਗਤ ਕੀ ਸੰਗਤ ਰਾਮ, ਸੰਤਾਂ ਦੀ ਭਗਤਾਂ ਦੀ ਸੰਗਤ ਹਮੇਸ਼ਾ ਵਾਹਿਗੁਰੂ ਦੀ, ਪਰਮਾਤਮਾ ਦੀ ਸੰਗਤ। ਉਹ ਤੁਹਾਡੇ ਵਿੱਚ ਵੀ ਬੈਠਣ ਤਾਂ ਤੁਹਾਡੇ ਵਿੱਚ ਬਹਿ ਕੇ ਵੀ ਉਹ ਪਰਮਾਤਮਾ ਦੀ ਹੀ ਸੰਗਤ ਕਰਦੇ, ਕਿਉਂਕਿ ਉਹ ਸਾਡੇ ਵਿੱਚੋਂ, ਤੁਹਾਡੇ ਵਿੱਚੋਂ, ਸਭ ਵਿੱਚੋਂ ਰੱਬ ਨੂੰ ਹੀ ਵੇਖਦੇ ਨੇ। ਇਸ ਲਈ ਸੰਤ ਭਗਤ ਕੀ ਸੰਗਤ ਰਾਮ, ਬੰਧਨ ਤੋਰੇ ਸਹਿਜ ਧਿਆਨ। ਸਤਿਗੁਰੂ ਕਹਿੰਦੇ ਜਿਹਦੇ ਬੰਧਨ ਟੁੱਟ ਗਏ, ਜਿਹਨੇ ਆਪਣੇ ਮਨ ਦੇ ਬੰਧਨ ਤੋੜ ਲਏ। ਮਨ ਦੇ ਬੰਧਨ ਤੋੜਨਾ, ਹੱਥਾਂ ਪੈਰਾਂ ਦੇ ਬੰਧਨ ਤੋੜਨੇ ਕੋਈ ਔਖੇ ਨਹੀਂ ਹੁੰਦੇ। ਹੱਥਾਂ ਨੂੰ ਪਈਆਂ ਹੋਈਆਂ ਹੱਥ ਕੜੀਆਂ ਬੇੜੀਆਂ ਤੋੜਨੀਆਂ ਕੋਈ ਔਖੀਆਂ ਨਹੀਂ, ਪਰ ਮਨ ਨੂੰ ਜਿਹੜੇ ਮਾਨਸਿਕ ਬੰਧਨ ਪਏ ਹੁੰਦੇ ਨੇ ਨਾ, ਉਹ ਤੋੜਨੇ ਬਹੁਤ ਕਠਿਨ ਹੁੰਦੇ ਨੇ। ਕਿਉਂਕਿ ਇਹ ਬੰਧਨ ਪੀੜ੍ਹੀ ਦਰ ਪੀੜ੍ਹੀ ਚੱਲਦੇ ਨੇ, ਸਦੀਆਂ ਤੋਂ। ਇਹਨਾਂ ਨੂੰ ਤੋੜਿਆ ਨਹੀਂ ਜਾ ਸਕਦਾ, ਬਹੁਤ ਕਠਿਨ ਹੈ। ਕੋਈ ਕੋਈ ਸੂਰਮਾ ਹੁੰਦਾ ਹੈ ਜਿਹੜਾ ਇਹਨਾਂ ਨੂੰ ਤੋੜਨ ਦੀ ਹਿੰਮਤ ਕਰਦਾ ਹੈ, ਕੋਈ ਕੋਈ। ਇਸ ਲਈ ਸਤਿਗੁਰੂ ਕਹਿੰਦੇ ਆਪਣੇ ਅੰਦਰ ਦੇ ਬੰਧਨ ਉਹ ਕਿਵੇਂ ਟੁੱਟਦੇ ਨੇ? ਜਦੋਂ ਸਹਿਜ ਵਿੱਚ ਸਾਡਾ ਉਸ ਵਾਹਿਗੁਰੂ ਨਾਲ ਧਿਆਨ ਲੱਗ ਜਾਂਦਾ ਹੈ। ਸਹਿਜੇ ਜਦੋਂ ਅਸੀਂ ਉਹਦੇ ਵਿੱਚ ਜੁੜ ਜਾਂਦੇ ਹਾਂ ਤਾਂ ਬਾਹਰ ਦੇ ਇਹ ਸਾਰੇ ਬੰਧਨ ਵਿਅਰਥ ਜਾਪਦੇ ਨੇ। ਇਹ ਸਿਰਫ ਦਿਖਾਵਾ ਜਾਪਦਾ ਹੈ, ਇਸ ਲਈ ਉਹ ਸਭ ਕੁਝ ਛੱਡ ਕੇ ਪਾਸੇ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਬੰਧਨ ਤੋਰੇ ਸਹਿਜ ਧਿਆਨ, ਛੁਟੈ ਗੁਰਮੁਖ। ਗੁਰਮੁਖ ਛੁੱਟ ਗਿਆ। ਛੁਟੈ ਗੁਰਮੁਖ ਹਰ ਗੁਰ ਗਿਆਨ, ਗੁਰੂ ਦੇ ਗਿਆਨ ਨਾਲ। ਗਿਆਨ ਸਾਨੂੰ ਛਡਾਉਂਦਾ ਹੈ। ਗਿਆਨ, ਜਿਵੇਂ ਅਸੀਂ ਕਹਿੰਦੇ ਨਾ ਅੱਜ ਦੇ ਸਮੇਂ ਵਿੱਚ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਕਿ ਐਜੂਕੇਸ਼ਨ ਬੰਦੇ ਨੂੰ ਆਪਣੇ ਪੈਰਾਂ 'ਤੇ ਕਰ ਦਿੰਦੀ, ਬੰਦੇ ਨੂੰ ਸਭ ਗਲਤ ਸਹੀ ਦਾ ਪਤਾ ਲੱਗ ਜਾਂਦਾ ਹੈ। ਇਹ ਤਾਂ ਦੁਨਿਆਵੀ ਹੈ। ਪਰ ਜਦੋਂ ਸਾਨੂੰ ਆਤਮ ਦਾ ਗਿਆਨ ਹੁੰਦਾ ਹੈ ਤਾਂ ਅਸੀਂ ਉਹ ਜਾਣ ਲੈਂਦੇ ਹਾਂ ਜੋ ਕਿਤਾਬਾਂ ਵਿੱਚੋਂ ਨਹੀਂ ਮਿਲਦਾ। ਅਸੀਂ ਉਹ ਜਾਣ ਲੈਂਦੇ ਹਾਂ ਜੋ ਕਿਤੇ ਪੜ੍ਹਾਇਆ ਨਹੀਂ ਜਾਂਦਾ, ਕਿਸੇ ਕਾਲਜ ਯੂਨੀਵਰਸਿਟੀ ਵਿੱਚ। ਸਾਨੂੰ ਉਸ ਦੀ ਸੋਝੀ ਹੋ ਜਾਂਦੀ ਹੈ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਇੱਕੋ ਜਿਹਾ, ਜਿਹੜੀ ਜੋਤ, ਜਿਹੜੀ ਊਰਜਾ, ਜਿਹੜੀ ਐਨਰਜੀ ਸਾਡੇ ਸਾਰਿਆਂ ਵਿੱਚ ਇੱਕੋ ਜਿਹੀ ਬਰਾਬਰ ਕੰਮ ਕਰਦੀ ਹੈ। ਅਸੀਂ ਉਸ ਨੂੰ ਵੇਖ ਲੈਂਦੇ ਹਾਂ, ਉਸ ਨੂੰ ਜਾਣ ਲੈਂਦੇ ਹਾਂ। ਇਹ ਗਿਆਨ, ਐਸਾ ਗਿਆਨ ਬੰਧਨਾਂ ਨੂੰ ਤੋੜਦਾ ਹੈ, ਐਸਾ ਗਿਆਨ। ਇਸ ਲਈ ਮਾਨਸਿਕ ਬੰਧਨ ਛੁੱਟੇ ਨਹੀਂ। ਐਜੂਕੇਸ਼ਨ ਬਹੁਤ ਲੋਕਾਂ ਕੋਲ ਹੈ। ਜਾਤ ਪਾਤ ਦਾ ਬੰਧਨ ਮਾਨਸਿਕ ਹੈ, ਤੇ BA MA PhD MPhil ਵੱਡੀਆਂ ਵੱਡੀਆਂ ਪੜ੍ਹਾਈਆਂ ਕਰਨ ਦੇ ਬਾਵਜੂਦ ਵੀ ਲੋਕ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕੇ, ਕਿਉਂਕਿ ਮਾਨਸਿਕ ਬੰਧਨ ਹੈ ਇਹ। ਜਿਸ ਦਿਨ ਆਤਮ ਦਾ ਗਿਆਨ ਹੋ ਜਾਂਦਾ ਹੈ ਉਸ ਦਿਨ ਨਜ਼ਰ ਆ ਜਾਂਦਾ ਹੈ ਕਿ ਏਕ ਨੂਰ ਤੇ ਸਭ ਜਗ ਉਪਜਿਆ। ਉਸ ਦਿਨ ਨਜ਼ਰ ਆ ਜਾਂਦਾ ਹੈ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ। ਇਹ ਗਿਆਨ ਇਹ ਗੁਰੂ ਕੋਲੋਂ ਮਿਲਦਾ ਹੈ। ਨਾ ਜਮਦੂਤ ਦੁੱਖ ਤਿਸ ਲਾਗੈ, ਉਸ ਬੰਦੇ ਨੂੰ ਕਦੇ ਜਮ ਦਾ ਦੁੱਖ ਨਹੀਂ ਵਿਆਪਦਾ। ਸਤਿਗੁਰੂ ਕਹਿੰਦੇ ਨੂੰ ਮੌਤ ਦਾ ਕੋਈ ਦੁੱਖ ਹੀ ਨਹੀਂ, ਕੋਈ ਡਰ ਹੀ ਨਹੀਂ। ਨਾ ਜਮਦੂਤ ਦੂਤ ਤਿਸ ਲਾਗੈ, ਜੋ ਜਨ ਰਾਮ ਨਾਮ ਲਿਵ ਲਾਗੇ। ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਲੱਗ ਗਏ। ਭਗਤ ਵਸ਼ਲ ਭਗਤਾਂ ਹਰ ਸੰਗ, ਪਰਮਾਤਮਾ ਭਗਤਾਂ ਨੂੰ ਪਿਆਰ ਕਰਨ ਵਾਲਾ, ਭਗਤੀ ਨੂੰ ਪਿਆਰ ਕਰਨ ਵਾਲਾ, ਤੇ ਭਗਤਾਂ ਦੇ ਨਾਲ ਹਮੇਸ਼ਾ ਹਮੇਸ਼ਾ ਭਗਤ ਦੇ ਸੰਗ। ਭਗਤ ਕਦੇ ਵੀ ਇਕੱਲਾ ਨਹੀਂ ਹੁੰਦਾ। ਅਸੀਂ ਲੋਕ ਭੀੜ ਵਿੱਚ ਵੀ ਹੋਈਏ ਤਾਂ ਵੀ ਇਕੱਲੇ ਹੁੰਦੇ ਹਾਂ। ਅਸੀਂ ਆਪਣੇ ਮਿੱਤਰਾਂ ਸੱਜਣਾਂ ਵਿੱਚ ਵੀ ਬੈਠੀਏ ਤਾਂ ਬਹੁਤ ਦਫਾ ਅਸੀਂ ਇਕੱਲੇ ਹੁੰਦੇ ਹਾਂ। ਭਗਤ ਉਹ ਕਦੇ ਇਕੱਲਾ ਨਹੀਂ ਹੁੰਦਾ। ਤੁਸੀਂ ਉਹਨੂੰ ਇਕੱਲਿਆਂ ਬੈਠਿਆਂ ਵੀ ਦੇਖੋ ਤਾਂ ਉਹ ਹਮੇਸ਼ਾ ਹੀ ਉਸ ਨੂੰ ਆਪਣੇ ਸੰਗ ਜਾਣਦਾ ਹੈ ਕਿ ਵਾਹਿਗੁਰੂ ਹਮੇਸ਼ਾ ਉਹਦੇ ਸੰਗ ਹੈ। ਭਗਤ ਵਸ਼ਲ ਭਗਤਾਂ ਹਰ ਸੰਗ, ਨਾਨਕ ਮੁਕਤ ਭਏ ਹਰ ਰੰਗ। ਵਾਹਿਗੁਰੂ ਦੇ ਰੰਗ ਵਿੱਚ ਰੰਗਿਆਂ ਮੁਕਤ ਹੋ ਜਾਈਦਾ ਹੈ। ਮੁਕਤੀ ਦਾ ਇੱਕੋ ਇੱਕ ਢੰਗ ਹੈ ਕਿ ਉਹਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਵੋ।
ਜਦੋਂ ਅਸੀਂ ਉਹਦੇ ਰੰਗ ਵਿੱਚ ਰੰਗ ਜਾਂਦੇ ਹਾਂ ਤਾਂ ਸਭ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਾਂ। ਸਤਿਗੁਰੂ ਰਹਿਮਤ ਕਰੇ ਕਿ ਉਹਦੇ ਨਾਮ ਦੇ ਰੰਗ ਵਿੱਚ ਅਸੀਂ ਰੰਗ ਜਾਈਏ, ਤਾਂ ਅਸੀਂ ਮੁਕਤ ਹੋ ਸਕਦੇ ਹਾਂ। ਇਸ ਲਈ ਬਾਹਰ ਦੀਆਂ ਆਜ਼ਾਦੀਆਂ ਉਹ ਸਿਰਫ ਬਾਹਰ ਦੀਆਂ ਹੀ ਨੇ, ਅਸਲ ਆਜ਼ਾਦੀ ਤਾਂ ਅੰਦਰ ਦੀ ਹੈ, ਜਿਹੜੀ ਸਦੀਆਂ ਤੋਂ ਕਰਮ ਕਾਂਡਾਂ ਦੀ ਹੈ, ਮਾਨਸਿਕ ਗੁਲਾਮੀ। ਉਸ ਤੋਂ ਅਸੀਂ ਹਾਲੇ ਤੱਕ ਆਜ਼ਾਦ ਨਹੀਂ ਹੋਏ। ਉਸ ਤੋਂ ਆਜ਼ਾਦ ਹੋਣਾ ਅਤ ਲੋੜੀਂਦਾ ਹੈ। ਹੋਈਆਂ ਭੁੱਲਾਂ ਲਿਖੇਵਾਂ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।